ਪਰਿਓ ਨਿਸੰਨੈ ਘਾਉ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ। ਹੇ ਪ੍ਰਾਣਨਾਥ ਗੋਬਿੰਦਾ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣਹਿ, ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਨ ਜੋਗ ਦਇਆਲਹਿ, ਕਿਰਪਾ ਨਿਧਾਨ ਮਇਆ ਕਰੋ। ਸਰੀਰ ਸਵਸਤ ਕੀਨ ਸਮਏ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ। ਧੰਨ 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 ਸਤਿਗੁਰੂ। ਚਵਰ ਛਤਰ ਤਖਤ ਸਿੰਘਾਸਨ ਕੇ ਬਿਰਾਜਮਾਨ, ਗੁਰਤਾ ਗੱਦੀ ਤੇ ਸੋਭਨੀਕ ਰਾਜਾ ਨਰਾਜ। ਪਾਨਾਨ ਪਾਨ ਦੇਵਾਨ ਦੇਵ, ਉਪਮਾ ਮਹਾਨ ਜੀਓਂ ਕੇ ਮਾਲਕ। ਸ਼ਹਿਨਸ਼ਾਹ ਪਿਤਾ ਵਾਲੀਏ ਕੁਲ ਆਲਮ, ਸਰਬ ਕਾਇਨਾਤ ਸ੍ਰਿਸ਼ਟੀ ਦੇ ਰਚਨਾਇਕ। ਸ਼ਬਦ ਬ੍ਰਹਮ ਸਤਿਗੁਰੂ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਸਰਬੱਤ ਗੁਰੂ ਕੀਆਂ ਸੰਗਤਾਂ ਚਾਲਾਂਗੇ ਉਠ ਨਾਮ ਜਪ। ਨਿਸਬਾ ਸੁਰ ਆਰਾਧ, ਕਾਰਾ ਤੁਜੈ ਨ ਵਿਆਪਈ, ਨਾਨਕ ਮਿਟੈ ਉਪਾਦ। ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਰਬੱਤ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਪੰਜ ਬਾਣੀਆਂ ਦੇ ਜਾਪ ਸਰਵਣ ਕੀਤੇ ਹਨ। ਉਪਰੰਤ ਸਤਿਗੁਰੂ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਦਰਸ਼ਨ ਦੀਦਾਰ ਦਿੱਤੇ ਹਨ। ਸਾਡੇ ਭਾਗ ਚੰਗੇ ਹਨ। ਸਤਿਗੁਰੂ ਜੀਆਂ ਦੀ ਮਿਹਰ ਰਹਿਮਤ ਦੇ ਸਦਕਾ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹਾਂ। ਉਪਰੰਤ ਸਤਿਗੁਰੂ ਜੀਆਂ ਨੇ ਪਾਵਨ ਉਪਦੇਸ਼ ਸਰਬੱਤ ਸੰਗਤਾਂ ਨੂੰ ਬਖਸ਼ਿਸ਼ ਕੀਤੇ ਨੇ। ਬਾਬਾ ਜੀਆਂ ਦੀ ਰਸਨਾ ਤੋਂ ਆਪ ਸਰਬੱਤ ਸੰਗਤਾਂ ਨੇ ਸ਼ਬਦੀ ਵਿਚਾਰ ਸਰਵਣ ਕੀਤੀ ਹੈ। ਆਓ ਆਪਾਂ ਗੁਰੂਆਂ ਦੇ ਪ੍ਰਕਾਸ਼ ਉਤਸਵ ਤੇ ਮਨਾਉਂਦੇ ਜ਼ਰੂਰ ਹਾਂ, ਪਰ ਅੱਜ ਉਸ ਮਹਾਨ, ਉਸ ਯੋਧੇ, ਉਸ ਸੂਰੇ ਦਾ ਕਹਿ ਲਈਏ ਜਨਮ ਦਿਹਾੜਾ ਹੈ, ਜਿਸ ਸੂਰੇ ਦੀ ਜ਼ਿੰਦਗੀ ਬਾਲ ਅਵਸਥਾ ਤੋਂ ਲੈ ਕਰਕੇ ਬਜ਼ੁਰਗ ਅਵਸਥਾ ਤੱਕ ਉਸ ਪਰਮਾਤਮਾ ਵਾਹਿਗੁਰੂ ਜੀਆਂ ਦੀ ਸੁਰਤ ਦੇ ਵਿੱਚ ਟਿੱਕੀ, ਪ੍ਰੇਮ ਦੇ ਵਿੱਚ ਭਿੱਜ ਕਰਕੇ ਬਤੀਤ ਹੋਈ। ਜਿਹਦਾ ਨਾਮ ਕੇਵਲ ਆਪਾਂ ਨਾਮ ਕਹਿ ਕਰਕੇ ਬਾਬਾ ਨਹੀਂ, ਜਿਸ ਦੇ ਨਾਮ ਦੇ ਨਾਲ ਅੱਗੇ ਦੋ ਸ਼ਬਦ ਲੱਗਦੇ ਨੇ ਤੇ ਆਪਾਂ ਬੜੇ ਪ੍ਰੇਮ ਸਹਿਤ ਕਹਿੰਦੇ ਆ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਤਿੰਨਾਂ ਦਾ ਜਨਮ ਦਿਹਾੜਾ ਮਨਾਉਣ ਦੇ ਵਾਸਤੇ ਆਪਾਂ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਕੁਝ ਵਿਚਾਰਾਂ ਕਰਾਂਗੇ। ਸਤਿਗੁਰੂ ਜੀ ਵਰਤਨ ਉਹ ਮਹਾਨ ਸ਼ਹੀਦ, ਮਹਾਨ ਪੁਰਸ਼ ਆਪ ਵਿੱਚ ਵਰਤ ਕਰਕੇ ਰਹਿਮਤ ਕਰਨ, ਤਾਂ ਕਿ ਤਿੰਨਾਂ ਦੇ ਇਤਿਹਾਸ ਨੂੰ ਸੁਣ ਕਰਕੇ ਕੁਝ ਨਾ ਕੁਝ ਸਿੱਖਿਆ ਪ੍ਰਾਪਤ ਕੀਤੀ ਜਾ ਸਕੇ, ਕੁਝ ਨਾ ਕੁਝ ਆਪਣੀ ਜ਼ਿੰਦਗੀ ਦੇ ਅੰਦਰ ਅਮਲ ਕੀਤਾ ਜਾ ਸਕੇ। ਆਓ ਬੜੇ ਪ੍ਰੇਮ ਸਹਿਤ ਆਪ ਸਰਬੱਤ ਸੰਗਤਾਂ ਫਤਿਹ ਦੇ ਨਾਲ ਸਾਂਝ ਪਾਵੋ ਔਰ ਪ੍ਰੇਮ ਸਹਿਤ ਭਿੱਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਜੀ,
ਜਿਨ੍ਹਾਂ ਦਾ ਜਨਮ ਜਿਹੜਾ ਹੈ 26 ਜਨਵਰੀ 14 ਮਾਘ 1682 ਈਸਵੀ ਨੂੰ ਪਹੂਵਿੰਡ ਦੀ ਧਰਤੀ ਦੇ ਉੱਪਰ ਹੋਇਆ। ਪਰ ਜਨਮ ਤੋਂ ਪਹਿਲਾਂ ਇਸ ਪਿੰਡ ਦੇ ਹਾਲਾਤ ਕੀ ਸੀ ਔਰ ਜਿਸ ਘਰ ਦੇ ਵਿੱਚ ਜਨਮ ਹੋਇਆ ਉਹ ਘਰ, ਉਹ ਕੁੱਖ ਕਿਵੇਂ ਤਿਆਰ ਹੋਈ। ਪਹੂਵਿੰਡ ਦੀ ਧਰਤੀ ਜਿਹੜੀ ਹੈ ਅੰਮ੍ਰਿਤਸਰ ਤੋਂ ਕੁਝ ਕੁ ਮੀਲ ਦੀ ਦੂਰੀ ਦੇ ਉੱਪਰ ਹੈ ਔਰ ਉਸ ਧਰਤੀ ਦੇ ਉੱਪਰ ਗੁਰਮੁਖ ਜੋੜਾ ਰਹਿੰਦਾ ਹੈ, ਜਿਹਨੂੰ ਆਪਾਂ ਗੁਰਮੁਖ ਕਹਿ ਸਕਦੇ। ਜਿਹੜਾ ਗੁਰੂ ਦੇ ਬਚਨਾਂ ਦੇ ਉੱਪਰ ਚੱਲ ਕਰਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਹੈ, ਉਸ ਗੁਰਮੁਖ ਜੋੜੇ ਦਾ ਨਾਮ ਆਪ ਭਲੀ ਪ੍ਰਕਾਰ ਜਾਣਦੇ ਹੋ, ਭਾਈ ਭਗਤਾ ਜੀ ਤੇ ਮਾਤਾ ਜੀਵਨੀ ਜੀ। ਇਹ ਗੁਰਮੁਖ ਜੋੜਾ ਹਰ ਰੋਜ਼ ਪਹੂਵਿੰਡ ਦੀ ਧਰਤੀ ਤੇ ਦਰਸ਼ਨ ਦੀਦਾਰ ਤਰਨਤਾਰਨ ਸਾਹਿਬ ਵਿਖੇ ਕਰਕੇ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦਾ ਔਰ ਉਸ ਪਰਮਾਤਮਾ ਵਾਹਿਗੁਰੂ ਜੀਆਂ ਦੇ ਨਾਲ ਸੁਰਤਾਂ ਇਕਮਿਕ ਨੇ ਜੁੜੀਆਂ ਨੇ ਔਰ 11 ਸਾਲ ਹੋ ਚੁੱਕੇ ਨੇ ਕਿ ਅਜੇ ਮਾਤਾ ਜੀਵਨੀ ਦੀ ਕੁੱਖ ਹਰੀ ਨਹੀਂ ਹੋਈ, ਭਾਵ ਕੋਈ ਬੱਚਾ ਪੈਦਾ ਨਹੀਂ ਹੋਇਆ। ਕਿਰਤ ਕਰਦੇ ਨੇ ਭਾਈ ਭਗਤਾ ਜੀ ਖੇਤਾਂ ਦੇ ਅੰਦਰ ਔਰ 1 ਸਾਲ ਦੇ ਅਖੀਰਲੇ ਮਹੀਨੇ ਦੇ ਅੰਦਰ ਹਰ ਸਾਲ ਹੀ ਮਾਤਾ ਜੀਵਨੀ ਔਰ ਭਾਈ ਭਗਤਾ ਜੀ ਆਨੰਦਪੁਰ ਸਾਹਿਬ ਵਿਖੇ ਜਾ ਕਰਕੇ ਬਾਜਾਂ ਵਾਲੇ ਪ੍ਰੀਤਮ ਦੇ ਦਰਸ਼ਨ ਕਰਦੇ, ਦੀਦਾਰ ਕਰਦੇ ਔਰ ਕਦੇ ਵਾਸਤੇ ਵੀ ਮੰਗ ਨਹੀਂ ਕੀਤੀ ਕਿ ਸਤਿਗੁਰੂ ਸਾਡੇ ਘਰ ਦੇ ਅੰਦਰ ਕੋਈ ਔਲਾਦ ਨਹੀਂ, ਕੇਵਲ ਤੇ ਕੇਵਲ ਭਾਣੇ ਦੇ ਵਿੱਚ ਰਹਿ ਕਰਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਨੇ। ਭਾਈ ਭਗਤਾ ਜੀ ਖੇਤਾਂ ਦੇ ਵਿੱਚ ਕੰਮ ਪਏ ਕਰਦੇ ਨੇ। ਮਾਤਾ ਜੀਵਨੀ ਉਹਨਾਂ ਦੇ ਮਗਰ ਪ੍ਰਸ਼ਾਦੇ ਲੈ ਕਰਕੇ, ਠੰਡੀ ਲੱਸੀ ਲੈ ਕਰਕੇ ਗਈ। ਖੇਤਾਂ ਦੇ ਵਿੱਚ ਜਾ ਕਰਕੇ ਆਵਾਜ਼ ਮਾਰੀ, ਖੂਹ ਦੇ ਉੱਪਰ ਬੈਠ ਕਰਕੇ ਕਿ ਆਓ ਪ੍ਰਸ਼ਾਦਾ ਪਾਣੀ ਛਕ ਲਵੋ। ਭਾਈ ਭਗਤਾ ਜੀ ਆਏ। ਉੱਥੇ ਫਿਰ ਖੇਤਾਂ ਦੇ ਵਿੱਚ ਇੱਕ ਸਾਧੂ ਆਇਆ, ਜਿਵੇਂ ਕਿ ਕਹਿ ਲਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਰੂਪ ਧਾਰਨ ਕਰਕੇ ਆਏ ਹੋਣ। ਸਾਧੂ ਨੇ ਆਣ ਕਰਕੇ ਬਚਨ ਕੀਤਾ ਕਿ ਭੁੱਖ ਬਹੁਤ ਲੱਗੀ ਹੈ, ਮੈਨੂੰ ਪ੍ਰਸ਼ਾਦਾ ਪਾਣੀ ਛਕਾ ਦੇਵੋ। ਤੇ ਗੁਰਮੁਖ ਦਾ ਅਸਲੀ ਔਰ ਸੱਚਾ ਧਰਮ ਇਹੀ ਹੈ ਕਿ ਕਿਸੇ ਗੁਰਮੁਖ ਨੂੰ ਨਿਰਾਸ਼ ਨਹੀਂ ਕਰਦਾ। ਭਾਈ ਭਗਤਾ ਜੀ ਔਰ ਮਾਤਾ ਜੀਵਨੀ ਨੇ ਜਿਤਨੇ ਪ੍ਰਸ਼ਾਦੇ ਪਿਆਕਾ ਕਰਕੇ ਲਿਆਂਦੇ ਸਾਧਨਾ ਉਸ ਸਾਧੂ ਨੂੰ ਛਕਾਉਣੇ ਕੀਤੇ। ਸਾਧੂ ਤ੍ਰਿਪਤ ਹੋਇਆ, ਪ੍ਰਸ਼ਾਦ ਪਾਣੀ ਛਕ ਕਰਕੇ ਕਹਿਣ ਲੱਗਾ, ਇਸ ਖੂਹ ਦੇ ਉੱਪਰ ਕੋਈ ਬੱਚਾ ਖੇਡਦਾ ਕਿਉਂ ਨਹੀਂ। ਮਾਤਾ ਜੀਵਨੀ ਦੀਆਂ ਅੱਖਾਂ ਭਰ ਆਈਆਂ। ਸਾਧੂ ਦੀ ਰਮਦ ਸੀ। ਕਹਿਣ ਲੱਗਾ ਕਿ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਘਰ ਅੰਦਰ ਕਿਸੇ ਚੀਜ਼ ਦਾ ਕੋਈ ਵੀ ਘਾਟਾ ਨਹੀਂ। ਇਸ ਘਰ ਦੇ ਜਿਹੜੇ ਭੰਡਾਰੇ ਨੇ ਉਹ ਬਿਲਕੁਲ ਐਨ ਬੈਣ ਭਰੇ ਹੋਏ ਨੇ। ਇੰਨਾ ਇੰਤਜ਼ਾਰ ਉਸ ਪਰਮਾਤਮਾ ਨੇ ਕਰਾਇਆ ਤੇ ਪੁੱਤਰ ਵੀ ਐਸਾ ਜਨਮ ਲਵੇਗਾ, ਐਸਾ ਜਨਮ ਲਵੇਗਾ, ਪੁੱਤਰ ਵੀ ਐਸਾ ਹੋਵੇਗਾ ਕਿ ਜਿਹੜਾ ਕਿਸੇ ਵਰਗਾ ਹੋਇਆ ਨਾ ਹੋਵੇ, ਕਿਸੇ ਦੇ ਘਰ ਦੇ ਵਿੱਚ ਕਦੀ ਜਿਹੜਾ ਪੈਦਾ ਹੀ ਨਾ ਹੋਇਆ ਹੋਵੇ, ਐਸਾ ਪੁੱਤਰ ਤੇਰੇ ਘਰ ਦੇ ਅੰਦਰ ਜਨਮ ਲਵੇਗਾ। ਇਹ ਅਸੀਸ ਦੇ ਕਰਕੇ ਉਹ ਸਾਧੂ ਜਿਹੜਾ ਸੀ ਪ੍ਰਸ਼ਾਦ ਪਾਣੀ ਛਕ ਕਰਕੇ ਚਲਾ ਗਿਆ। ਕੁਝ ਸਮਾਂ ਬਤੀਤ ਹੋਇਆ। 1662 ਈਸਵੀ ਆਈ। ਮਾਤਾ ਜੀਵਨੀ ਦੀ ਕੁੱਖ ਨੂੰ ਭਾਗ ਲੱਗੀ ਔਰ ਮਾਤਾ ਜੀਵਨੀ ਦੀ ਕੁੱਖ ਦੇ ਵਿੱਚੋਂ ਜਨਮ ਲਿਆ, ਜਿਹਨੂੰ ਪਿੰਡ ਦੇ ਅੰਦਰ ਨਾਮ ਪ੍ਰਚਲਿਤ ਜਿਹੜਾ ਇਤਿਹਾਸਕਾਰ ਲਿਖਦੇ ਨੇ ਦੀਪਾ ਸ਼ਬਦ। ਦੀਪੇ ਨੇ ਜਨਮ ਲਿਆ ਮਾਤਾ ਦੀ ਕੁੱਖ ਦੇ ਵਿੱਚੋਂ ਤੇ ਸ਼ੁਰੂ ਤੋਂ ਲਗਾਵ ਸੀ ਗੁਰਮੁਖ ਹੋਣ ਕਰਕੇ ਪ੍ਰਮਾਤਮਾ ਦੀ ਬੰਦਗੀ ਕਰਨੀ, ਸਿਮਰਨ ਕਰਨਾ। ਔਰ ਉਹੀ ਮਾਤਾ ਨੇ ਗੁੜਤੀ ਜਿਹੜੀ ਹੈ ਨਾ ਉਸ ਭਾਈ ਦੀਪੇ ਨੂੰ ਦਿੱਤੀ, ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਬਾਬਾ ਦੀਪ ਸਿੰਘ ਨਾਮ
ਪਹਿਲਾਂ ਦਾ ਨਾਮ ਭਾਈ ਦੀਪਾ, ਮਾਤਾ ਜੀਆਂ ਨੇ ਗੁੜਤੀ ਦਿੱਤੀ ਹੈ ਭਾਈ ਦੀਪੇ ਨੂੰ। ਜਿਵੇਂ ਆਪਾਂ ਗੁਰਬਾਣੀ ਅੰਦਰ ਬੜਾ ਸੁੰਦਰ ਬਚਨ ਪੜ੍ਹਦੇ ਆ, ਪੋਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਜਿਵੇਂ ਹਰ ਇੱਕ ਮਾਂ ਦਾ ਇਹ ਖਿਆਲ ਹੁੰਦਾ ਹੈ ਕਿ ਮੇਰਾ ਬੱਚਾ ਜਿਹੜਾ ਹੈ ਚੰਗੇ ਸੋਹਣੇ ਵਸਤਰ ਪਹਿਨੇ, ਮੇਰੇ ਬੱਚੇ ਨੂੰ ਚੰਗਾ ਭੋਜਨ ਜਿਹੜਾ ਹੈ ਉਹ ਪ੍ਰਾਪਤ ਹੋਵੇ, ਤ੍ਰਿਪਤ ਹੋ ਕਰਕੇ ਪੇਟ ਭਰ ਕਰਕੇ ਭੋਜਨ ਛਕੇ। ਔਰ ਤੀਜਾ ਬਚਨ ਮਾਂ ਦਾ ਇਹ ਹੁੰਦਾ ਹੈ ਕਿ ਮੇਰੇ ਬੱਚੇ ਨੇ ਇਸ ਸੰਸਾਰ ਦੇ ਵਿੱਚ ਵਿਚਰਨਾ ਹੈ ਔਰ ਇਹਨੂੰ ਚੰਗੀ ਸੰਗਤ ਨਸੀਬ ਹੋਵੇ। ਤੇ ਇਹ ਤਿੰਨੇ ਜਿਹੜੀਆਂ ਦਾਤਾਂ ਨੇ ਮਾਤਾ ਜੀਆਂ ਨੇ, ਜਿਵੇਂ ਗੁਰਬਾਣੀ ਦਾ ਬਚਨ ਹੈ ਨਾ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਕਿ ਕਦੇ ਵਾਸਤੇ ਤੈਨੂੰ ਪਰਮਾਤਮਾ ਵਾਹਿਗੁਰੂ ਵਿਸਰੇ ਨਾ। ਤੇਰੇ ਜਿਹੜੇ ਤਨ ਦੀ ਪੁਸ਼ਾਕ ਹੈ ਉਹ ਪਰਮਾਤਮਾ ਵਾਹਿਗੁਰੂ ਜੀਆਂ ਦਾ ਪ੍ਰੇਮ ਪਟੋਲਾ ਬਣ ਜਾਵੇ, ਨਾਮ ਪਰਮਾਤਮਾ ਵਾਹਿਗੁਰੂ ਜੀਆਂ ਦਾ ਤੇਰਾ ਭੋਜਨ ਬਣ ਜਾਵੇ, ਔਰ ਸੰਗਤ ਤੇਰੀ ਰਹਿਣੀ ਬਹਿਣੀ ਉਹਨਾਂ ਗੁਰਸਿੱਖਾਂ ਦੀ ਹੋਵੇ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਨੇ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਲੀਤ। ਐਸੀ ਅਸੀਸ ਮਾਂ ਨੇ ਮੰਗੀ, ਐਸੀ ਦਾਤ ਮਾਂ ਨੇ ਮੰਗੀ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਜਿਹੜੀ ਇਉਂ ਬਤੀਤ ਹੋਵੇ। ਕੁਝ ਸਮਾਂ ਨਿਕਲਿਆ, ਬਾਲ ਅਵਸਥਾ ਦੇ ਵਿੱਚ ਚੋਜ ਨਿਆਰੇ ਕੀਤੇ ਭਾਈ ਦੀਪ ਸਿੰਘ ਜੀਆਂ ਨੇ, ਬਾਬਾ ਦੀਪ ਸਿੰਘ ਜੀਆਂ ਨੇ। ਔਰ ਸਮਾਂ ਪੈਂਦਿਆਂ ਕੁਝ ਉਮਰ ਵਡੇਰੀ ਹੁੰਦਿਆਂ ਜਦੋਂ ਚੱਲਣ ਫਿਰਨ ਲੱਗ ਗਏ, ਸੋਝੀ ਆਉਣ ਲੱਗੀ ਤੇ ਅੱਜ ਫੇਰ ਉੱਠ ਕਰਕੇ ਤਿਆਰੀ ਕੀਤੀ ਹੈ ਕਿ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਜਾ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕੀਤੇ ਜਾਣ। ਪੈਦਲ ਚੱਲੇ ਅੰਮ੍ਰਿਤਸਰ ਪਹੂਵਿੰਡ ਦੀ ਧਰਤੀ ਦੇ ਉੱਪਰੋਂ, ਔਰ ਪੈਦਲ ਚੱਲ ਕਰਕੇ ਕੁਝ ਦਿਨਾਂ ਬਾਅਦ ਪਹੁੰਚੇ ਨੇ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੇਕਾਂ ਚੋਜ ਵਰਤਾ ਰਹੇ ਨੇ। ਔਰ ਉਸ ਧਰਤੀ ਦੇ ਉੱਪਰ ਪਹੁੰਚ ਕਰਕੇ ਜਦੋਂ ਦਰਸ਼ਨ ਦੀਦਾਰ ਕੀਤੇ, ਸਤਿਗੁਰੂ ਜੀਆਂ ਕੋਲ ਪੁੱਜੇ, ਜਾ ਕਰਕੇ ਪਿਤਾ ਨੇ ਸੀਸ ਝੁਕਾਇਆ, ਮਾਤਾ ਨੇ ਸੀਸ ਝੁਕਾਇਆ। ਅੱਜ ਹੋਰ ਵੀ ਪ੍ਰਸੰਨਤਾ ਜਿਹੜੀ ਹੈ ਉਹ ਮੁਖ ਦੇ ਉੱਪਰ ਹੈ, ਕਿਉਂਕਿ ਗੁਰੂ ਦੇ ਘਰੋਂ ਬਖਸ਼ਿਸ਼ ਪ੍ਰਾਪਤ ਹੋ ਗਈ। ਔਰ ਐਸੀ ਬਖਸ਼ਿਸ਼ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਮਾਤਾ ਜਿਉਣੀ ਨੇ ਐਸਾ ਤਿਆਰ ਕੀਤਾ ਸੀ ਲਾਲ ਨੂੰ ਕਿ ਛੋਟਾ ਚੋਲਾ ਸਵਾ ਕਰਕੇ, ਸਿਰ ਦੇ ਉੱਪਰ ਦੁਮਾਲਾ ਸਜਾ ਕਰਕੇ, ਔਰ ਫਿਰ ਆਨੰਦਪੁਰ ਸਾਹਿਬ ਨੂੰ ਮਾਤਾ ਜਿਉਣੀ ਲੈ ਕਰਕੇ ਗਏ ਨੇ। ਭਾਵੇਂ ਕਿ ਉਦੋਂ ਅੰਮ੍ਰਿਤ ਦੀ ਅਜੇ ਦਾਤ ਨਹੀਂ, ਪਰ ਜਿਹੜੇ ਵਸਤਰ ਨੇ ਉਹ ਵੀ ਉਦੋਂ ਇਸ ਪ੍ਰਕਾਰ ਦੇ ਸਿੰਘਾਂ ਵਾਲੇ ਬਣਾ ਦਿੱਤੇ। ਜਦੋਂ ਜਾ ਕਰਕੇ ਸਤਿਗੁਰੂ ਜੀਆਂ ਦੇ ਦਰਸ਼ਨ ਦੀਦਾਰ ਕੀਤੇ, ਸੀਸ ਝੁਕਾਇਆ ਔਰ ਪ੍ਰਸੰਨਤਾ ਦੇ ਨਾਲ ਕਿਹਾ, ਸਤਿਗੁਰੂ ਜੀ ਇਹ ਤੁਹਾਡੇ ਘਰ ਦੀ ਦਾਤ ਹੈ, ਸਾਡੇ ਘਰ ਦੇ ਅੰਦਰ ਪੁੱਤਰ ਨੇ ਜਨਮ ਲਿਆ ਹੈ। ਜਾ ਕਰਕੇ ਇਸੇ ਤਰ੍ਹਾਂ ਫਿਰ ਸੇਵਾ ਕਰਨੀ ਆਰੰਭ ਦਿੱਤੀ। ਕੁਝ ਦਿਨ ਠਹਿਰੇ, ਸੇਵਾ ਕਰਨੀ, ਕੀਰਤਨ ਸਰਵਣ ਕਰਨਾ, ਕਥਾ ਵਿਚਾਰਾਂ ਸਰਵਣ ਕਰਨੀਆਂ। ਕੁਝ ਦਿਨ ਬਤੀਤ ਹੋਏ, ਭਾਈ ਭਗਤਾ ਮਾਤਾ ਜਿਉਣ ਕੌਰ ਕਹਿਣ ਲੱਗੇ ਕਿ ਸਾਨੂੰ ਹੁਣ ਵਾਪਸ ਪਿੰਡ ਪਰਤਣਾ ਚਾਹੀਦਾ। ਜਦੋਂ ਪਿੰਡ ਪਰਤਣ ਦੀ ਗੱਲ ਕੀਤੀ, ਦੋਵੇਂ ਹੱਥ ਜੋੜ ਲਏ ਭਾਈ ਦੀਪ ਸਿੰਘ ਨੇ ਤੇ ਮਾਤਾ ਜਿਉਣ ਕੌਰ ਨੂੰ ਕਹਿਣ ਲੱਗਾ, ਜੇਕਰ ਤੁਸੀਂ ਕਿਰਪਾ ਕੀਤੀ ਹੈ ਨਾ, ਮੈਨੂੰ ਗੁਰੂ ਗੋਬਿੰਦ ਸਿੰਘ ਪਾਸ ਲੈ ਕਰਕੇ ਆਏ ਹੋ ਤੇ ਕੁਝ ਸਮਾਂ ਠਹਿਰ ਕਰਕੇ ਮੈਨੂੰ ਇੱਥੇ ਸੇਵਾ ਕਰਨ ਦਾ ਮੌਕਾ ਦਿਓ। ਮੈਂ ਕੁਝ ਸਮਾਂ ਠਹਿਰ ਕਰਕੇ ਇੱਥੇ ਸੇਵਾ ਕਰਨਾ ਚਾਹੁੰਦਾ। ਜਦੋਂ ਇਹ ਬਚਨ ਕੀਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸ ਜਾ ਕਰਕੇ ਦੱਸਿਆ ਕਿ ਭਾਈ ਦੀਪ ਸਿੰਘ ਇਸ ਤਰ੍ਹਾਂ ਬੋਲਦਾ ਹੈ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਤੁਸੀਂ ਕੁਝ ਸਮਾਂ ਇੱਥੇ ਸਾਡੇ ਕੋਲ ਭਾਈ ਦੀਪ ਸਿੰਘ ਨੂੰ ਛੱਡ ਜਾਓ। ਮਾਤਾ ਜਿਉਣ ਕੌਰ ਤੇ ਭਾਈ ਭਗਤਾ ਜੀ ਪਿੰਡ ਪਹੂਵਿੰਡ ਦੀ ਧਰਤੀ ਦੇ ਉੱਪਰ ਪਰਤ ਆਏ। ਔਰ ਜਿੱਥੋਂ ਬਾਬਾ ਦੀਪ ਸਿੰਘ ਜੀਆਂ ਦੀ ਤਵਾਰੀਖ ਆਰੰਭ ਹੁੰਦੀ ਹੈ, ਜਿੱਥੋਂ ਇਹ ਆਰੰਭਤਾ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਨਿਗਰਾਨੀ ਦੇ ਹੇਠ ਰਹਿ ਕਰਕੇ ਬਾਬਾ ਦੀਪ ਸਿੰਘ ਜੀਆਂ ਨੇ ਭਾਸ਼ਾਵਾਂ ਦਾ ਗਿਆਤ ਪ੍ਰਾਪਤ ਕੀਤਾ
ਫਾਰਸੀ ਆਦਿਕ ਭਾਸ਼ਾਵਾਂ ਨੂੰ ਜਿਹੜਾ ਉਹ ਸਿੱਖਣਾ ਆਰੰਭ ਕੀਤਾ। ਨਾਲ ਦੇ ਨਾਲ ਕੀਰਤਨ ਸਿੱਖਣਾ ਆਰੰਭ ਕੀਤਾ। ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸ਼ਸਤਰ ਵਿਦਿਆ ਸਿਖਾਉਣੀ ਆਰੰਭ ਕੀਤੀ, ਉੱਥੇ ਨਾਲ ਦੀ ਨਾਲ ਸ਼ਾਸਤਰ ਦਾ ਵੀ ਧਨੀ ਕਰਾਈ। ਕਿਉਂਕਿ ਬਾਬਾ ਦੀਪ ਸਿੰਘ ਜੀਆਂ ਦਾ ਜੀਵਨ ਸ਼ਸਤਰ ਔਰ ਸ਼ਾਸਤਰ ਦਾ ਸੁਮੇਲ ਹੈ। ਜਿੱਥੇ ਕਿ ਆਪਾਂ ਇਹ ਸਰਵਣ ਕਰਦੇ ਹਾਂ ਕਿ ਪਰ ਜਵਾਨੀ ਦੇ ਅੰਦਰ ਬਾਬਾ ਦੀਪ ਸਿੰਘ ਜੀ ਜੇਕਰ ਕਲਮ ਲੈ ਕਰਕੇ ਬੈਠਦੇ ਨੇ, ਕਈ ਸਾਲਾਂ ਤੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਲਿਖੀ ਜਾਂਦੀ। ਪਰ ਜਿੱਥੇ ਆਪਾਂ ਇਹ ਕਹਿੰਦੇ ਆ ਕਿ ਬਾਬਾ ਦੀਪ ਸਿੰਘ ਜੀ ਬਜ਼ੁਰਗ ਅਵਸਥਾ ਦੇ ਅੰਦਰ ਜੇਕਰ ਖੰਡਾ ਚੁੱਕਦੇ ਨੇ ਤੇ ਉਹ ਕਿਦਾਂ ਆਹੂ ਲਾ ਕਰਕੇ ਦੁਸ਼ਮਣ ਨੂੰ ਜਿਹੜਾ ਉਹ ਨਿਕਾਰ ਕਰਕੇ ਅਗਾਂਹ ਵੱਧਦੇ ਆਉਂਦੇ ਨੇ। ਬਾਬਾ ਦੀਪ ਸਿੰਘ ਜੀਆਂ ਦੀ ਆਰੰਭਤਾ ਜਿਹੜੀ ਅਨੰਦਪੁਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰੋਂ ਹੋਈ। ਅੰਮ੍ਰਿਤਪਾਨ ਕੀਤਾ ਬਾਬਾ ਦੀਪ ਸਿੰਘ ਜੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਖੰਡੇ ਬਾਟੇ ਦੀ ਪਹੁਲ ਦਿੱਤੀ। ਔਰ ਇੱਥੇ ਫਿਰ ਸੁਮੇਲ ਹੋਇਆ ਬਾਬਾ ਦੀਪ ਸਿੰਘ ਜੀਆਂ ਦਾ ਜਿਹੜੇ ਭਾਈ ਮਣੀ ਸਿੰਘ ਜੀ ਨੇ, ਜਿਨ੍ਹਾਂ ਨੇ ਆਪਣਾ ਬੰਦ ਕਟਵਾਇਆ। ਬੜੀ ਗੂੜੀ ਮਿੱਤਰਤਾ ਬਣ ਗਈ। ਮਿੱਤਰਤਾ ਦੇ ਨਾਲ ਚੰਗੇ ਸਾਥੀ ਬਣੇ, ਇਕਜੁੱਟ ਹੋ ਕਰਕੇ ਸੇਵਾ ਕਰਿਆ ਕਰਨੀ। ਔਰ ਚੰਗੇ ਗਿਆਨੀ ਵੀ ਦੋਨੋਂ ਬਣੇ। ਕਿਉਂਕਿ ਇਤਿਹਾਸਕਾਰ ਦੇ ਵਿੱਚ ਆਉਂਦਾ ਅਨੇਕਾਂ ਹੀ ਸਿੱਖ ਸਨ, ਪਰ ਇਹਨਾਂ ਸਿੱਖਾਂ ਦੇ ਵਿੱਚੋਂ ਜਿਹੜੇ ਦੋ ਸੂਝਵਾਨ ਸਿੱਖ ਸਨ ਨਾ, ਉਹ ਬਾਬਾ ਦੀਪ ਸਿੰਘ ਜੀ ਤੇ ਭਾਈ ਮਣੀ ਸਿੰਘ ਜੀ ਸਨ। ਜਿਹੜੇ ਕਥਾ ਵੀ ਕਰਿਆ ਕਰਦੇ, ਕੀਰਤਨ ਵੀ ਕਰਿਆ ਕਰਦੇ ਔਰ ਭਾਰੀ ਇਤਿਹਾਸ ਦੀ ਜਾਣਕਾਰੀ ਵੀ ਰੱਖਦੇ ਸਨ। ਬਾਬਾ ਦੀਪ ਸਿੰਘ ਜੀ ਇੱਥੇ ਇਤਨਾ ਕੁ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਮਿਲ ਗਏ, ਇਕਜੁੱਟ ਹੋ ਗਏ ਕਿ ਹੁਣ ਛੱਡਣ ਨੂੰ ਦਿਲ ਨਹੀਂ ਕਰਦਾ। ਸਾਰੀ ਜ਼ਿੰਦਗੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਪਾਸ ਰਹਿਣ ਨੂੰ ਦਿਲ ਕਰਦਾ। ਇਤਨੀ ਨੇੜਤਾ ਵੱਧ ਗਈ, ਪ੍ਰੇਮ ਦੇ ਨਾਲ ਸੇਵਾ ਕਰਿਆ ਕਰਨੀ ਔਰ ਸੇਵਾ ਦੇ ਵਿੱਚੋਂ ਇਤਨਾ ਕੋ ਰਸ ਪ੍ਰਾਪਤ ਹੋਣਾ ਕਿ ਜੇਕਰ ਭਾਂਡਿਆਂ ਦੀ ਸੇਵਾ ਕਰਦੇ ਤੇ ਭਾਂਡੇ ਮਾਂਜੀ ਜਾਂਦੇ। ਇਤਨੀ ਲਗਨ ਦੇ ਨਾਲ ਸੇਵਾ ਕਰਦੇ ਔਰ ਉਹ ਸੇਵਾ ਦੀ ਤਾਕਤ, ਉਹ ਅੰਮ੍ਰਿਤ ਦੀ ਤਾਕਤ, ਉਹ ਨਾਮ ਦੀ ਤਾਕਤ, ਜਿਸ ਦੀ ਤਾਕਤ ਦੇ ਨਾਲ ਅੱਜ ਹਰ ਇੱਕ ਗੁਰਸਿੱਖ ਦੇ ਘਰ ਦੇ ਅੰਦਰ ਜੇਕਰ ਕੋਈ ਉਹਨਾਂ ਦਾ ਨਾਮ ਲੈਂਦਾ ਹੈ ਤੇ ਪਹਿਲਾ ਸ਼ਬਦ ਹੀ ਕਹਿੰਦਾ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ। ਧੰਨ ਧੰਨ ਕਹਿ ਕਰਕੇ ਉਹਨਾਂ ਨੂੰ ਬੁਲਾਉਂਦਾ। ਇਸੇ ਤਰ੍ਹਾਂ 1703 ਦਾ ਸਮਾਂ ਆਇਆ। 1703 ਈਸਵੀ ਦੇ ਵਿੱਚ ਭਾਈ ਭਗਤਾ ਜੀ ਔਰ ਮਾਤਾ ਜਿਉਣੀ ਜੀ ਫਿਰ ਪਹੂਵਿੰਡ ਦੀ ਧਰਤੀ ਦੇ ਉੱਪਰੋਂ ਚੱਲੇ, ਅਨੰਦਪੁਰ ਸਾਹਿਬ ਪਹੁੰਚੇ। ਜਦੋਂ ਜਾ ਕਰਕੇ ਸਤਿਗੁਰੂ ਜੀਆਂ ਦੇ ਦਰਸ਼ਨ ਦੀਦਾਰ ਕੀਤੇ ਔਰ ਆਪਣੇ ਲਾਲ ਨੂੰ ਤੱਕਿਆ ਕਿ ਜਿਵੇਂ ਦਾ ਛੱਡ ਕਰਕੇ ਗਏ ਸੀ, ਉਸ ਤੋਂ ਤੇ ਕਿਤੇ ਅਗਾਂਹ ਜਾ ਕੇ ਕਿ ਸੁਰਤ ਜਿਹੜੀ ਹੈ ਬਾਬਾ ਦੀਪ ਸਿੰਘ ਜੀਆਂ ਦੀ ਪਹੁੰਚ ਚੁੱਕੀ ਹੈ। ਚਿਹਰੇ ਦੇ ਉੱਪਰ ਲਾਲੀ ਹੈ। ਅੱਜ ਬਾਣਾ ਪਹਿਨਿਆ ਹੋਇਆ, ਪਰ ਬਾਣੇ ਦੇ ਨਾਲ ਦੀ ਨਾਲ ਜਿਹੜੇ ਸ਼ਸਤਰ ਨੇ ਔਰ ਮੁਖੜੇ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬਹੁਤ ਨਾਮ ਦੇ ਨਾਲ ਵਿੱਚ ਰੰਗੀ ਹੋਈ ਰੂਹ ਹੈ। ਜਾ ਕਰਕੇ ਦਰਸ਼ਨ ਕੀਤੇ, ਬੜੇ ਪ੍ਰਸੰਨ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਪਾਸ ਗਏ। ਜਾ ਕਰਕੇ ਕਹਿਣ ਲੱਗੇ, ਸਤਿਗੁਰੂ ਤੁਸਾਂ ਬੜੀ ਵੱਡੀ ਕਿਰਪਾ ਕੀਤੀ ਹੈ, ਸਾਡੇ ਬੱਚੇ ਦੇ ਉੱਪਰ ਰਹਿਮਤ ਕੀਤੀ ਹੈ। ਸਾਡੇ ਬੱਚੇ ਨੂੰ ਇਤਨੀਆਂ ਵੱਡੀਆਂ ਸਿੱਖਿਆਵਾਂ ਦੇ ਕਰਕੇ ਤੁਸੀਂ ਨਵਾਜਿਆ, ਪਰ ਸਾਡੀ ਇੱਕ ਬੇਨਤੀ ਹੈ, ਤੁਸੀਂ ਬੇਨਤੀ ਕਬੂਲ ਕਰੋ। ਜੇਕਰ ਤੁਸੀਂ ਚਾਹੋ ਤਾਂ ਅਸੀਂ ਆਪਣੇ ਪੁੱਤਰ ਬਾਬਾ ਦੀਪ ਸਿੰਘ ਜੀਆਂ ਨੂੰ ਪਿੰਡ ਵਾਪਸ ਲੈ ਕਰਕੇ ਜਾਈਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਗਿਆ ਦਿੱਤੀ। ਪ੍ਰਸੰਨ ਹੋਏ, ਜਾਣ ਲੱਗੇ ਤੇ ਬਾਬਾ ਦੀਪ ਸਿੰਘ ਜੀਆਂ ਨੂੰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਿੱਖਿਆ ਦਿੱਤੀ। ਕਹਿਣ ਲੱਗੇ, ਬਾਬਾ ਦੀਪ ਸਿੰਘ, ਭਾਈ ਦੀਪ ਸਿੰਘ ਜੀ ਪਿੰਡ ਵਾਪਸ ਪਰਤ ਕਰਕੇ ਚੱਲੇ ਹੋ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਖਸ਼ਿਸ਼ ਨੂੰ ਭੁਲਾਉਣਾ ਨਹੀਂ। ਜਾ ਕਰਕੇ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਜਾ ਕਰਕੇ ਬੱਚਿਆਂ ਨੂੰ ਵਿਦਿਆ ਪੜ੍ਹਾਉਣੀ ਹੈ। ਜਦੋਂ ਇਹ ਬਚਨ ਆਰੰਭ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ, ਬਾਬਾ ਦੀਪ ਸਿੰਘ ਜੀ ਢਿੱਲਾ ਜਿਹਾ ਚਿਹਰਾ ਕਰਕੇ, ਕਿਉਂਕਿ ਜਾਣ ਨੂੰ ਦਿਲ ਨਹੀਂ ਕਰਦਾ ਸਤਿਗੁਰੂ ਜੀਆਂ ਦੇ ਚਰਨਾਂ ਪਾਸ, ਪਰ ਗੁਰੂ ਦਾ ਹੁਕਮ ਹੈ ਕਿ ਜਾਓ ਆਪਣੇ ਮਾਤਾ ਪਿਤਾ ਜੀ ਨਾਲ ਪਿੰਡ ਵਾਪਸ ਪਰਤ ਜਾਓ।
ਪਰ ਜਿਹੜਾ ਹੁਕਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਲਾਇਆ ਕਿ ਸਿੱਖੀ ਦੀ ਸੇਵਾ ਕਰਨੀ ਹੈ, ਪ੍ਰਚਾਰ ਔਰ ਪ੍ਰਸਾਰ ਕਰਨਾ ਹੈ, ਬਾਬਾ ਦੀਪ ਸਿੰਘ ਜੀ ਵਾਪਸ ਪਿੰਡ ਪਰਤੇ ਨੇ ਔਰ ਪਿੰਡ ਪਰਤ ਕਰਕੇ ਪਹੂਵਿੰਡ ਦੀ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਉਸ ਹੁਕਮ ਨੂੰ ਮੰਨ ਕਰਕੇ ਸਿੱਖੀ ਦੀ ਸੇਵਾ ਦੇ ਵਿੱਚ ਜੁਟ ਗਏ। ਜਿਹੜੇ ਵਿਦਿਆਰਥੀ ਆਇਆ ਕਰਨੇ, ਬੱਚੇ ਆਇਆ ਕਰਨੇ ਨਾ ਕੋਲ, ਉਹਨਾਂ ਨੂੰ ਗੁਰਬਾਣੀ ਦੀ ਸੰਥਿਆ ਦਿਆ ਕਰਨੀ ਔਰ ਸੰਧਿਆ ਵੇਲੇ ਉਹਨਾਂ ਨੂੰ ਉਸ ਦਿੱਤੀ ਹੋਈ ਸੰਥਿਆ ਦੀ ਕਥਾ ਕਰਕੇ ਸੁਣਾਇਆ ਕਰਨੀ ਕਿ ਇਸ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਬਾਬਾ ਦੀਪ ਸਿੰਘ ਜੀਆਂ ਨੇ ਅਨੇਕਾਂ ਹੀ ਯੋਗਦਾਨ ਪਾਏ। ਇੱਥੇ ਫਿਰ ਜਦੋਂ ਬਾਬਾ ਦੀਪ ਸਿੰਘ ਜੀ ਇੱਧਰ ਪਹੂਵਿੰਡ ਦੀ ਧਰਤੀ ਦੇ ਉੱਪਰ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਨਾਲ ਸੁਮੇਲ ਹੈ। ਇੱਧਰ ਸਤਿਗੁਰੂ ਜੀਆਂ ਦੇ ਅਨੰਦਪੁਰ ਸਾਹਿਬ ਜੀ ਵਿਛੋੜੇ ਤੋਂ ਬਾਅਦ, ਸਰਹੰਦ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਧਰੋਂ ਹੁੰਦੇ ਹੋਏ ਦਮਦਮਾ ਸਾਹਿਬ ਪਹੁੰਚੇ, ਜਿੱਥੇ ਜਾ ਕਰਕੇ ਥੋੜਾ ਸਮਾਂ ਆਰਾਮ ਕਰਨ ਨੂੰ ਮਿਲਿਆ। ਦਮਦਮਾ ਸਾਹਿਬ ਪਹੁੰਚੇ ਜਿੱਥੇ ਸਿੱਖਾਂ ਨੇ ਪਹਿਲਾਂ ਬੇਨਤੀਆਂ ਕੀਤੀਆਂ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਿਹਾ ਸੀ ਕਿ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਫਿਰ ਆਪਾਂ ਗੁਰਬਾਣੀ ਜਿਹੜੀ ਹੈ ਉਹਨੂੰ ਇਕੱਤਰ ਕਰਾਂਗੇ। ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਸਤਿਗੁਰੂ ਜੀਆਂ ਨੇ ਫਿਰ ਇੱਥੇ ਇਹ ਵੀ ਵਿਚਾਰ ਆਉਂਦੀ ਹੈ ਕਿ ਧੀਰ ਮੱਲੀਆਂ ਦੇ ਕੋਲ ਭੇਜਿਆ ਸਰੂਪ ਲੈਣ ਦੇ ਵਾਸਤੇ, ਪਰ ਉਹਨਾਂ ਨੇ ਇਨਕਾਰ ਕੀਤਾ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪ ਆਪਣੇ ਕੰਠੋਂ ਗੁਰਬਾਣੀ ਜਿਹੜੀ ਉਹ ਉਚਾਰਨ ਕਰਨੀ ਸੀ ਤੇ ਇੱਥੇ ਡਿਊਟੀ ਲਾਈ ਗਈ ਭਾਈ ਮਣੀ ਸਿੰਘ ਜੀਆਂ, ਜਿਨ੍ਹਾਂ ਨੂੰ ਲਿਖਾਰੀ ਲਾਇਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਬਾਣੀ ਕੰਠੋਂ ਉਚਾਰਨ ਕਰਨਗੇ। ਭਾਈ ਮਣੀ ਸਿੰਘ ਜੀਆਂ ਦੀ ਡਿਊਟੀ ਲਗਾਈ ਕਿ ਤੁਸੀਂ ਗੁਰਬਾਣੀ ਦਾ ਜਿਹੜਾ ਨਾ ਉਹ ਲਿਖਾਰਾ ਕਰਨਾ ਔਰ ਦੇ ਨਾਲ ਭਾਈ ਮਣੀ ਸਿੰਘ ਜੀਆਂ ਨੂੰ ਪੁੱਛਣ ਲੱਗੇ ਨਾਲ ਕਿਸ ਸਿੰਘ ਦੀ ਡਿਊਟੀ ਲਗਾਈ ਹੈ। ਪਿਆਰੀ ਮਿੱਤਰਤਾ ਗੂੜੀ ਜਿਹੜੀ ਉਹ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਤੋਂ ਸੀ। ਪੁਕਾਰ ਕੀਤੀ ਸਤਿਗੁਰੂ ਜਿਹੜੇ ਆਨੰਦਪੁਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਭਾਈ ਦੀਪ ਸਿੰਘ ਜੀ ਸਨ ਨਾ, ਤੁਸੀਂ ਉਹਨਾਂ ਨੂੰ ਬੁਲਾਉਣਾ ਕਰੋ, ਉਹਨਾਂ ਦੀ ਡਿਊਟੀ ਲਗਾਓ। ਇੱਥੋਂ ਸਤਿਗੁਰੂ ਜੀਆਂ ਨੇ ਆਪਣਾ ਸਿੱਖ ਫਿਰ ਭੇਜਿਆ ਪਹੂਵਿੰਡ ਦੀ ਧਰਤੀ ਦੇ ਉੱਪਰ। ਜਦੋਂ ਪਹੂਵਿੰਡ ਦੀ ਧਰਤੀ ਦੇ ਉੱਪਰ ਸਿੱਖ ਆਇਆ, ਬਾਬਾ ਦੀਪ ਸਿੰਘ ਜੀ ਬੜੇ ਪ੍ਰਸੰਨ ਹੋਏ, ਗੁਰਮੁਖ ਪਿਆਰਾ ਆਇਆ। ਜਦੋਂ ਇਹ ਬਚਨ ਕੀਤਾ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ, ਉੱਠ ਕਰਕੇ ਖੜੇ ਹੋ ਗਏ, ਪ੍ਰਸੰਨ ਹੋਏ, ਸੀਸ ਝੁਕਾਇਆ ਕਿ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਹੁਕਮ ਹੈ, ਮੈਨੂੰ ਦੱਸਣਾ ਕਰੋ। ਉਸ ਸਿੱਖ ਨੇ ਕਿਹਾ ਕਿ ਦਮਦਮਾ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸੱਦਾ ਭੇਜਿਆ। ਬਾਬਾ ਦੀਪ ਸਿੰਘ ਜੀਆਂ ਨੇ ਕੁਝ ਪਲ ਠਹਿਰਨਾ ਕੀਤਾ ਔਰ ਉਸ ਸਿੱਖ ਦੇ ਮਗਰੋਂ ਉਸੇ ਵੇਲੇ ਜਾ ਕਰਕੇ ਦਮਦਮਾ ਸਾਹਿਬ ਪੁੱਜੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕੀਤੇ, ਸਤਿਗੁਰੂ ਜੀਆਂ ਦੇ ਚਰਨਾਂ ਪਾਸ ਸੀਸ ਨਵਾਇਆ। ਸਤਿਗੁਰੂ ਕੀ ਆਗਿਆ, ਕੀ ਹੁਕਮ ਹੈ? ਆਪ ਜੀਆਂ ਨੇ ਅਚਾਨਕ ਸੱਦਾ ਭੇਜਿਆ। ਜਦੋਂ ਇਹ ਬਚਨ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਪਾਦਨਾ ਹੋਵੇਗੀ, ਗੁਰਬਾਣੀ ਜਿਹੜੀ ਹੈ ਨਾ ਉਹ ਉਚਾਰੀ ਜਾਵੇਗੀ। ਭਾਈ ਮਣੀ ਸਿੰਘ ਜੀ ਲਿਖਾਰੀ ਲੱਗਣਗੇ ਔਰ ਤੁਹਾਡੀ ਡਿਊਟੀ ਸਿਆਹੀ ਤੇ ਕਲਮਾਂ ਕਢਣ ਦੀ ਹੈ। ਕਲਮਾਂ ਦਾ ਪ੍ਰਬੰਧ ਤੇ ਸਿਆਹੀ ਦਾ ਪ੍ਰਬੰਧ ਆਪ ਜੀ ਕਰੋਗੇ। ਇਹ ਡਿਊਟੀ ਲਗਾਈ। ਬੜੇ ਪ੍ਰੇਮ ਦੇ ਨਾਲ ਭਾਈ ਮਣੀ ਸਿੰਘ ਔਰ ਬਾਬਾ ਦੀਪ ਸਿੰਘ ਜੀਆਂ ਨੇ ਇਸ ਸੇਵਾ ਨੂੰ ਨਿਭਾਇਆ। ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰੋਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਇਸ ਸੇਵਾ ਨੂੰ ਸੰਪੂਰਨ ਕੀਤਾ, ਕਿਉਂਕਿ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਜਿਤਨੀ ਵੀ ਸਤਿਗੁਰੂ ਜੀ ਗੁਰਬਾਣੀ ਆਪਣੇ ਕੰਠੋਂ ਉਚਾਰਨ ਕਰਿਆ ਕਰਦੇ ਸਨ ਨਾ, ਤੇ ਸੰਧਿਆ ਵੇਲੇ ਉਸ ਗੁਰਬਾਣੀ ਦੀ ਕਥਾ ਵੀ ਕਰਿਆ ਕਰਦੇ ਸਨ। ਜਿੱਥੋਂ ਸਾਧ ਸੰਗਤ ਦਮਦਮੀ ਟਕਸਾਲ ਦੀ ਪ੍ਰਾਰੰਭਤਾ ਹੋਈ ਹੈ ਨਾ, ਬਾਬਾ ਦੀਪ ਸਿੰਘ ਜੀਆਂ ਨੂੰ ਪਹਿਲੇ ਮੁਖੀ ਇਸ ਦਮਦਮਾ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਹੀ ਥਾਪਿਆ। ਉਸੇ ਤਰ੍ਹਾਂ ਗੁਰਬਾਣੀ ਦੀ ਆਰੰਭਤਾ ਹੋਈ। ਹਰ ਰੋਜ਼ ਗੁਰਬਾਣੀ ਦਾ ਲਿਖਾਰਾ ਹੁੰਦਾ, ਹਰ ਰੋਜ਼ ਕਲਮਾਂ ਨਵੀਆਂ ਘੜੀਆਂ ਜਾਂਦੀਆਂ, ਹਰ ਰੋਜ਼ ਹੀ ਜਿਤਨੀ ਗੁਰਬਾਣੀ ਸਤਿਗੁਰੂ ਜੀ ਆਪਣੇ ਕੰਠੋਂ ਉਚਾਰਨ ਕਰਦੇ ਉਹਦੀ ਕਥਾ ਕਰਿਆ ਕਰਦੇ ਔਰ ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦੇ। ਜਦੋਂ ਦਮਦਮਾ ਦੀ ਧਰਤੀ ਤੋਂ ਵਾਪਸ ਸਤਿਗੁਰੂ ਜੀ ਚੱਲੇ, ਅਗਾਂਹ ਵਾਸਤੇ ਪਰਤਣ ਲੱਗੇ ਨਾ, ਤੇ ਇਹਨਾਂ ਗੁਰਸਿੱਖਾਂ ਨੇ ਪੁਕਾਰ ਕੀਤੀ ਸਤਿਗੁਰੂ ਜੀਆਂ ਪਾਸ।
अर्ज की है और कुछ दात मंगी भाई मणि सिंह जी ने और बाबा दीप सिंह जी ने, जो इन्हां दी आखिरी सवासां तक निभी है। क्योंकि अरदास दे अंदर, पुकार दे अंदर, बेनती दे अंदर जेकर प्रेम होवे तां ओही कुछ गुरु तो प्राप्त हो जांदा जो साडी मंग होवे। भाई मणि सिंह जी कहन लगे, सतगुरु जी आप जी इस धरती दे उपरों चले हो, पर साडे उपर कुछ कृपा करो, साडी कुछ मंग है, असी कुछ आप जियां तो मंगना चाहुंदे। गुरु गोबिंद सिंह महाराज प्रसन्न हो करके बाबा दीप सिंह जियां नूं कहन लगे, मंगो की मंगदे हो। भाई मणि सिंह जियां नूं कहन लगे कि भाई मणि सिंह मंगो की मंगदे हो। ते भाई मणि सिंह जियां ने कहा कि सतगुरु किरपा करो कि सानू गुरसिੱਖੀ बख्श देवो, किरपा करके सानू सिੱਖੀ दी दात दे देवो। जदों ये वचन कीते गुरु गोबिंद सिंह महाराज प्रसन्न होए ते कहन लगे कि आप जियां दा बंद बंद ते कटिया जा सकदा है, पर सिੱਖੀ जिहड़ी ਉਹ कदे वास्ते खत्म नहीं हो सकती। ये वर गुरु गोबिंद सिंह महाराज जियां ने इन्हां दोहां महापुरुषां नूं दमदमा साहिब जियां दी धरती दे उपर दित्ती। कहन लगे कि बंद बंद ते कटिया जा सकदा है, पर सिੱਖੀ जिहड़ी है वो कदे वास्ते खत्म नहीं हो सकती। क्योंकि सिੱਖੀ जिहड़ी कोई मामूली नहीं। कई गुरसिख प्यारे जिहड़े ने उन्हां दा केसां दे नाल इतना को प्यार है कि गुरु गोबिंद सिंह महाराज प्रसन्नता हो करके ही उन्हां उपर नज़र बख्शिश कर दिंदे ने। जिवें भाई गुरदास जी बड़ा सोहना कहिंदे ना कि उन्हां सिखां दी सानू धूड़ ही मिल जावे जिहड़े परमात्मा दे नाल जुड़े ने। नख सिख लओ सगल अंग रोम रोम कर, काट काट सिखण को चरण पर वारिया। उन्हां सिखां दी परिभाषा की है, सिੱਖੀ दी परिभाषा की है। जदों ये भाई मणि सिंह जियां ने वचन कीते, सतगुरु जियां ने प्रसन्न हो करके ये वर दिता। बाबा दीप सिंह जी अगाह होए, उन्होंने भी यही दात मंगी, सतगुरु सानू गुरसिੱਖੀ दे दिओ, साडी झोली दे अंदर सिੱਖੀ पा दिओ, सानू ये दात कदे वास्ते विसरे ना, भुले ना। ते उथे फिर दमदमा साहिब जियां दी धरती दे उपर गुरु गोबिंद सिंह महाराज जियां ने वचन कीता कि बाबा दीप सिंह, भाई दीप सिंह जी तुहाडा सिर ते जिहड़ा धड़ दे नालों अलग हो सकदा है, पर सिੱਖੀ जिहड़ी ਉਹ कदे वास्ते खत्म नहीं हो सकती। सिੱਖੀ दा जिहड़ा निशान है आद ते जुगात तक जिहड़ा ਉਹ जगदा रवेगा। ये सिੱਖੀ कदे खत्म होने वाली नहीं। ते उन्हां महापुरुषां दा नाम जिहड़ा अपने इतिहास दे अंदर वार वार लिया जाता है कि बंद बंद कटिया गया, पर सिੱਖੀ नूं जालम मुका ना सके। बंद बंद कटिया जा सकता है, सिੱਖੀ मुक नहीं सकती। जिहड़ा धड़ दे उपरों सीस अलग हो सकता है, पर सिੱਖੀ जिहड़ी है वो खत्म नहीं हो सकती। इस संस्थान दे उपर अनेकां बख्शिशां कीतियां। फिर गुरु गोबिंद सिंह महाराज जी इत्थे बाबा दीप सिंह जियां नूं इत्थे सेवा संभाल दा मौका दे के गए कि तुसीं इत्थे रह करके दमदमा साहिब जियां दी धरती दे उपर सेवा करनी है। इत्थों दे पहले मुखी जिहड़े ने दमदमी टकसाल दे बाबा दीप सिंह जी, इत्थे सेवा करनी प्रारंभ कीती है। हर रोज अमृत वेले दे नियम दे नाल दी नाल कथा विचार करनी, और जिवें विद्यार्थी आने आरंभ होने नाल दी नाल उन्हां नूं बाणी दा बोध बख्शना, गुरबाणी दृढ़ कराउणी, गुरबाणी दृढ़ करवा करके उस गुरबाणी दी विचार भी सरवण कराउणी। बाबा दीप सिंह जियां दा समा गुजरदा रहा। उधर सतगुरु जी नादेड़ दी धरती दे उपर गए। उथों जदों बाबा बंदा सिंह जी बहादुर फिर इधर वास्ते आए ने, इन्हां जालमां दा सरहंद दे वास्ते आए, सरहंद दी इट ने इट खड़काउण वास्ते आए ने ना। ते इतिहासकार लिखते ने कि इधरों फिर बाबा दीप सिंह जी पैदल जा करके बाबा बंदा सिंह बहादुर जियां दियां फौजां दे नाल लड़े। बाबा बंदा सिंह बहादुर जिहड़ी फौज है जिन्हां ने सरहंद दी इट दे नाल इट खड़काई है, सरहंद दी लड़ाई जंग दे अंदर बाबा दीप सिंह जी भी आप लड़े। इतिहासकार लिखते ने कि बाबा दीप सिंह जियां दा एक दंद जिहड़ा है ना सरहंद दी जंग दे अंदर जिहड़ा रह गया, उत्थे रह गया। बाबा दीप सिंह जी
ਇਸ ਸਰਹੰਦ ਦੀ ਜੰਗ ਦੇ ਅੰਦਰ ਲੜ ਕਰਕੇ ਉਹਨਾਂ ਨੇ ਇੱਕ ਖਿਤਾਬ ਵੀ ਪਾਇਆ ਹੈ। ਉਸ ਖਿਤਾਬ ਨੂੰ ਪਾ ਕਰਕੇ, ਕਿਉਂਕਿ ਜਿੰਦਾ ਸ਼ਹੀਦ ਦਾ ਖਿਤਾਬ ਬਾਬਾ ਦੀਪ ਸਿੰਘ ਜੀਆਂ ਨੂੰ ਸਰਹੰਦ ਦੀ ਧਰਤੀ ਤੋਂ ਮਿਲਿਆ,